ਇਹੋ ਜਿਹੇ ਬਿਆਨ ਦੇਣੇ ਕਿਤੇ ਨਾ ਕਿਤੇ ਇਹ ਲੱਗਦੇ ਆ ਜਿਵੇਂ ਇਹ ਵੀ ਸਿਆਸਤ ਤੋਂ ਪ੍ਰੇਰਿਤ ਹੁੰਦੇ ਆ ਤੇ ਮੋਦੀ ਸ਼ਾਹ ਨਾਲ ਇਹਨਾਂ ਦੀ ਕੋਈ ਸਿੱਧੀ ਗੱਲਬਾਤ ਆ ਜਿਵੇਂ ਆਮ ਕਿਹਾ ਜਾਂਦਾ ਹੁੰਦਾ। ਤੇ ਇਹੋ ਜਿਹੇ ਜਦੋਂ ਬਿਆਨ ਦਿੰਦੇ ਆ ਉਦੋਂ ਸਾਨੂੰ ਵੀ ਲੱਗਣ ਲੱਗ ਜਾਂਦਾ ਵੀ ਇਹ ਕੀ ਇਹ ਪੰਜਾਬ ਦੀ ਗੱਲ ਕਰ ਰਹੇ ਆ ਜਾਂ ਇਹ ਉੱਪਰੋਂ ਕੋਈ ਆਦੇਸ਼ ਨੇ ਜਿਹੜੇ ਦਿੱਤੇ ਜਾ ਰਹੇ ਨੇ। ਅਕਾਲੀਆਂ ਨੂੰ ਲੱਗਦਾ ਹੈ ਕਾਂਗਰਸ ਦੀ ਬੋਲੀ ਹੈ, ਕਾਂਗਰਸ ਨੂੰ ਲੱਗਦਾ ਆਪ ਵਾਲਿਆਂ ਦੀ ਬੋਲੀ ਹੈ, ਆਪ ਵਾਲਿਆਂ ਨੂੰ ਲੱਗਦਾ ਅਕਾਲੀ ਕਾਂਗਰਸ ਦੀ ਹੈ। ਕੌਣ ਹੋ ਤੁਸੀਂ? ਅਕਾਲੀ ਹੋ, ਕਾਂਗਰਸੀ ਹੋ, ਆਪ ਵਾਲੇ ਹੋ? ਸਰਕਾਰ ਨੇ ਉੱਥੇ ਪੰਗਾ ਨਹੀਂ ਲਿਆ ਤੁਹਾਡੇ ਅੰਦੋਲਨ ਨਾਲ, ਕੋਈ ਇਸ ਤਰ੍ਹਾਂ ਦਾ ਲਾਠੀ ਚਾਰਜ ਨਹੀਂ ਕੀਤਾ, ਕੁਝ ਨਹੀਂ ਕੀਤਾ। ਪਰ ਦੂਜੇ ਪਾਸੇ ਹੁਣ ਇਹ ਮਾਹੌਲ ਆਗਾ ਕਿ ਕੈਪਟਨ ਅਮਰਿੰਦਰ ਸਿੰਘ ਇਹ ਬਿਆਨ ਦੇ ਰਹੇ ਨੇ। ਸਾਡੇ ਨਾਲ ਨਹੀਂ, ਲੋਕਾਂ ਨਾਲ ਨਹੀਂ ਲੈ ਸਕੇ। ਲੋਕ ਉੱਠ ਗਏ ਸੀਗੇ ਲਾਈਨਾਂ ਦੇ ਉੱਤੇ, ਸਾਰੇ ਕਿਸਾਨੀ ਆ ਗਈ ਸੀਗੀ। ਉਹ ਲੋਕ ਲਹਿਰ ਦੇ ਮੂਰੇ ਕੋਈ ਸਰਕਾਰ ਵੀ ਪੰਗਾ ਨਹੀਂ ਲੈਂਦੀ। ਜੇ ਇੱਥੇ ਬੈਠੇ ਆ ਤੇ ਮੋਦੀ ਸਰਕਾਰ ਕਿਹੜਾ ਸਾਨੂੰ ਉਠਾ ਸਕੀ ਹੈ? ਤੇ ਇਹ ਕਹੋਗੇ ਮੋਦੀ ਨੇ ਬਿਠਾਇਆ ਸਾਨੂੰ ਇੱਥੇ। ਰੀਜ਼ਨ ਇਹ ਆ ਵੀ ਲੋਕ ਲਹਿਰ ਜਦੋਂ ਬਣਦੀਆਂ ਨੇ ਉਦੋਂ ਸਿਆਸਤ ਨੂੰ ਆਪਣੇ ਰੰਗ ਬਦਲਣੇ ਪੈਂਦੇ ਨੇ। ਤੁਸੀਂ ਇਸ ਕਰਕੇ ਵਿਰੋਧ ਕਰ ਰਹੇ ਹੋ, ਤੁਸੀਂ ਆਪਣੀ ਕੋਈ ਪਾਰਟੀ ਬਣਾਉਣੀ ਹੈ, ਤੁਹਾਡਾ ਆਪਣਾ ਕੋਈ ਰਾਜਨੀਤਿਕ ਏਜੰਡਾ, ਇਸ ਕਰਕੇ ਇਹਨਾਂ ਨੇ ਕਹਿਤਾ ਜੀ ਅਕਾਲੀਆਂ ਨੂੰ, ਆਪ ਵਾਲਿਆਂ ਨੂੰ, ਕਾਂਗਰਸੀਆਂ ਨੂੰ ਰੈਲੀਆਂ ਨਾ ਕਰਨ ਦੇ। ਪੋਸਟਾਂ ਜਾਂਦੇ ਆ ਰਾਜੇਵਾਲ ਨਹੀਂ ਰਾਜੇਵਾਲ, ਐ ਕਿਉਂ? तोड़ रहे हैं हम उनको जोड़ेंगे। अगर हिंदू मुसलमान की कोई प्रॉब्लम सी तो जोड़िया, इस लहर ने जोड़िया। ਉਹਦੇ 60% ਜਿਹੜੇ ਭੰਡਾਰੇ ਲੱਗੇ ਸੀਗੇ ਉਹ ਮੁਸਲਮਾਨ ਬਰਾਦਰੀ ਨੇ ਲਾਏ ਹੋਏ ਸੀਗੇ, ਸਿੱਖਾਂ ਨੇ ਲਾਏ, ਹਿੰਦੂਆਂ ਨੇ ਲਾਏ, ਮੁਸਲਮਾਨ ਬਰਾਦਰੀ ਨੇ ਵੀ ਲਾਏ ਹੋਏ ਸੀ। ਹਾਂ ਹੋਰੀ ਕਿਉਂ ਤੁਹਾਡੇ ਤੋਂ ਵੱਖਰਾ ਬੋਲਦਾ? ਤੁਸੀਂ ਕਿਹਾ ਕਿ ਪੋਲੀਟੀਕਲ ਪਾਰਟੀਆਂ ਨੂੰ ਨਾ ਵੜਨ ਦਿਓ, ਨਾ ਉਹਨਾਂ ਦੀਆਂ ਰੈਲੀਆਂ ਹੋਣ, ਅਗਰ ਹਾਂ ਉਹਨਾਂ ਨੇ ਕਿਹਾ ਮੈਂ ਸਹਿਮਤ ਨਹੀਂ ਤੁਹਾਡੇ ਨਾਲ। ਉਹ ਕਹਿੰਦੇ ਸਾਡਾ ਇੱਕ ਆਪਣਾ ਸਟੈਂਡ ਆ, ਉਹਨਾਂ ਦੀ ਆਪਣੀ ਆਈਡੀਓਲੋਜੀ, ਉਸ ਆਈਡੀਓਲੋਜੀ ਦੇ ਬੇਸ ਚੱਲ ਰਹੇ ਨੇ। ਤਰ੍ਹਾਂ ਦੀ ਗੱਲ ਤਾਂ ਨਹੀਂ ਹੈ, ਸਾਰੀਆਂ ਪਾਰਟੀਆਂ ਦੀ ਗੱਲ ਕਰ ਰਹੇ ਹਾਂ, ਸਾਰੀ ਜਥੇਬੰਦੀ ਦੀਆਂ ਬੱਤੀ ਦੀ। ਕੀ ਇਹ ਪੰਗਾ ਕਿਉਂ ਪੈ ਰਿਹਾ ਫਿਰ? ਇਹ ਕਿਉਂ ਆਏ ਆ? ਉਹ ਵੀ ਕਹਿੰਦੇ ਨੇ ਵਾਰ-ਵਾਰ, ਆਪ ਵਾਲੇ ਵੀ ਕਹਿ ਰਹੇ ਨੇ, ਅਕਾਲੀ ਅੰਦਰ ਖਾਤੇ ਤੋਂ ਗੱਲ ਕਰਦੇ ਹੋ, ਉਹ ਤਰ੍ਹਾਂ ਦੀਆਂ ਗੱਲਾਂ ਕਹਿੰਦੇ ਨੇ। ਪਰ ਅਸੀਂ ਇਹ ਸਾਰੇ ਮੁਰਗੇ ਹੁਣ ਇੱਕ ਬਾਲਟੀ 'ਚ ਪਾ ਕੇ ਘੁਮਾਉਣੇ ਆ, ਅੰਦਰ ਹੀ ਘੁੰਮੀ ਜਾਣ, ਇਹ ਨਹੀਂ ਅਸੀਂ ਹੋਣ ਦੇਣਾ। ਇਹ ਨਹੀਂ ਮੰਨਣਗੇ ਪਾਰਟੀਆਂ, ਮੰਨ ਲਓ ਨਹੀਂ ਮੰਨ ਰਹੀਆਂ ਤੁਹਾਡੀ ਗੱਲ, ਅਕਾਲੀ ਕਾਂਗਰਸੀ ਆਪ ਵਾਲੇ, ਫਿਰ 80ਾਂ ਦੇ ਦਹਾਕੇ 'ਚ ਆਪਾਂ ਪੰਜਾਬ ਨੂੰ ਨਾ ਲੈ ਕੇ ਜਾਈਏ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਯਾਦਵਿੰਦਰ ਸਿੰਘ। ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਆਉਣ ਤੋਂ ਬਾਅਦ ਕਿਸਾਨ ਆਗੂ ਵੀ ਤਿੱਖੇ ਬਿਆਨ ਦੇ ਰਹੇ ਨੇ। ਕੈਪਟਨ ਨੇ ਕਿਹਾ ਕਿ ਆਰਥਿਕਤਾ ਨੂੰ ਗੜਬੜ ਹੋ ਰਹੀ ਹੈ ਪੰਜਾਬ ਦੀ ਨੂੰ। ਸਾਡੇ ਨਾਲ ਹਰਮੀਤ ਸਿੰਘ ਕਾਦੀਆਂ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਕਾਦੀਆਂ ਸਾਹਿਬ, ਸਵਾਗਤ ਹੈ ਪ੍ਰੋ ਪੰਜਾਬ ਟੀਵੀ ਤੇ। ਕਿਵੇਂ ਦੇਖਦੇ ਹੋ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਨੂੰ? ਪੜ੍ਹਿਆ ਹੋਣਾ ਤੁਸੀਂ। ਦੇਖੋ, ਇਸ ਬਿਆਨ ਨੂੰ ਪਹਿਲੀ ਗੱਲ ਤਾਂ ਬਹੁਤ ਬੁਰਾ ਲੱਗਿਆ ਸਾਰਿਆਂ ਨੂੰ, ਇਕੱਲੇ ਜਥੇਬੰਦੀਆਂ ਦੇ ਪ੍ਰਧਾਨਾਂ ਨੂੰ ਨਹੀਂ, ਜਾਂ ਕਿਸਾਨਾਂ ਨੂੰ ਬਹੁਤ ਬੁਰਾ ਲੱਗਿਆ। ਕਿਉਂਕਿ ਪਹਿਲਾਂ ਇੱਕ ਪੋਲੀਟੀਕਲ ਪਾਰਟੀ ਕਹਿੰਦੀ ਅਸੀਂ ਕਿਸਾਨਾਂ ਦੇ ਨਾਲ ਆ, ਤੇ ਹੁਣ ਇਹੋ ਜਿਹੇ ਆ ਕੇ ਬਿਆਨ ਦੇ ਦਿੰਦੇ ਆ ਜਦੋਂ ਇੱਕਦਮ ਅਸੀਂ ਉਸ ਕੜੀ 'ਤੇ ਪਹੁੰਚ ਚੁੱਕੇ ਹਾਂ, ਜਿਵੇਂ ਕਹਿ ਲਓ ਜਿੱਤਣ ਵਾਲੇ ਪਾਸੇ ਜਾ ਚੁੱਕੇ ਹਾਂ, 10 ਮਹੀਨੇ ਨੇੜੇ ਹੋ ਚੁੱਕੇ ਆ, 2.5 ਮਹੀਨੇ ਰਹਿ ਚੁੱਕੇ ਨੇ। ਤੇ ਇਹੋ ਜਿਹੇ ਬਿਆਨ ਦੇਣੇ ਕਿਤੇ ਨਾ ਕਿਤੇ ਇਹ ਲੱਗਦੇ ਆ ਜਿਵੇਂ ਇਹ ਵੀ ਸਿਆਸਤ ਤੋਂ ਪ੍ਰੇਰਿਤ ਹੁੰਦੇ ਆ ਤੇ ਮੋਦੀ ਸ਼ਾਹ ਨਾਲ ਇਹਨਾਂ ਦੀ ਕੋਈ ਸਿੱਧੀ ਗੱਲਬਾਤ ਆ ਜਿਵੇਂ ਆਮ ਕਿਹਾ ਜਾਂਦਾ ਹੁੰਦਾ। ਤੇ ਇਹੋ ਜਿਹੇ ਜਦੋਂ ਬਿਆਨ ਦਿੰਦੇ ਆ ਉਦੋਂ ਸਾਨੂੰ ਵੀ ਲੱਗਣ ਲੱਗ ਜਾਂਦਾ ਵੀ ਇਹ ਕੀ ਇਹ ਪੰਜਾਬ ਦੀ ਗੱਲ ਕਰ ਰਹੇ ਆ ਜਾਂ ਇਹ ਉੱਪਰੋਂ ਕੋਈ ਆਦੇਸ਼ ਨੇ ਜਿਹੜੇ ਦਿੱਤੇ ਜਾ ਰਹੇ ਨੇ। ਕਿਉਂਕਿ ਜੇ ਗੱਲ ਆ ਟੂਲ ਪਲਾਜ਼ਾ ਦੀ, ਉਹ ਪਿਛਲੇ 10 ਮਹੀਨੇ ਦੇ ਬੰਦ ਨੇ, ਉਸ ਤੋਂ ਵੀ ਜ਼ਿਆਦਾ ਦੇਰ ਦੇ ਬੰਦ ਨੇ। ਜੇ ਰਿਲਾਇੰਸ ਦੇ ਪੰਪ ਦੇ ਮੂਹਰੇ ਬੈਠੇ ਆ, ਉਹ ਸਾਲ ਤੋਂ ਉੱਪਰ ਹੋ ਚੱਲਿਆ। ਇਸ ਕਰਕੇ ਜਦ ਤੇ ਕੋਈ ਨਾ ਬਿਆਨ ਆਉਣਾ, ਹੁਣ ਆ ਕੇ ਰਾਜਨੀਤੀ ਦਾ ਬਿਆਨ ਦੇਣਾ। ਜਦੋਂ ਆ ਕੇ ਅਸੀਂ 10 ਤਰੀਕ ਨੂੰ ਇਹ ਕਹਿਤਾ ਵੀ ਆਪਣੀਆਂ ਜਿਹੜੀਆਂ ਰੈਲੀਆਂ ਬੰਦ ਕਰੋ, ਜਿਹੜੀਆਂ ਓਪਨ ਰੈਲੀਆਂ ਕਰ ਰਹੇ ਹੋ, ਸਿਆਸੀ ਵੋਟਾਂ ਦੀ ਰੈਲੀ ਕਰ ਰਹੇ ਹੋ, ਕਿਉਂਕਿ ਚੋਣਾਂ ਹਾਲੇ ਐਲਾਨ ਨਹੀਂ ਹੋਈਆਂ। ਜਦ ਤੱਕ ਚੋਣਾਂ ਐਲਾਨ ਨਹੀਂ ਹੁੰਦੀਆਂ, ਜਦ ਤੱਕ ਕੋਈ ਪਾਰਟੀ ਨਾ ਜਾਵੇ, ਕਿਉਂਕਿ ਆਪਾਂ ਇੱਕ ਬਹੁਤ ਵੱਡੇ ਅੰਦੋਲਨ ਦੇ ਵਿੱਚ ਆ। ਜਿਹੜੇ 3 ਕਾਨੂੰਨ ਦੀ ਲੜਾਈ ਆ ਆਪਣੀ ਹਾਲੇ ਪੈਂਡਿੰਗ, MSP ਉੱਪਰ ਪੈਂਡਿੰਗ ਰਹਿੰਦੀ ਆ। ਤੇ ਇਸ ਵਕਤ ਇਹ ਆ ਕੇ ਬਿਆਨ ਦੇਣਾ, ਇਹ ਲੱਗ ਰਿਹਾ ਜਿਵੇਂ ਸਿਆਸਤ ਤੋਂ ਪ੍ਰੇਰਿਤ ਲੱਗ ਰਿਹਾ ਸਾਨੂੰ ਤਾਂ। ਕਿਉਂਕਿ ਇਹਨਾਂ ਨੂੰ ਇੰਨਾ ਸੋਚ ਸਮਝ ਕੇ ਸੰਯੁਕਤ ਮੋਰਚੇ ਨੇ ਫੈਸਲਾ ਦਿੱਤਾ ਵੀ ਜੇ ਤੁਸੀਂ ਪਬਲਿਕ ਫੰਡ ਦੇਣ ਵੀ ਜਾਣੇ ਆ, ਤੁਸੀਂ ਘੱਟ ਗਿਣਤੀ 'ਚ ਆਪਣੇ ਪਬਲਿਕ ਫੰਡ ਜਾਰੀ ਰੱਖੋਗੇ। ਕਿਉਂਕਿ ਦੂਜੀਆਂ ਜਥੇਬੰਦੀਆਂ ਨੇ ਇਹ ਕਿਹਾ ਸੀ ਵੀ ਜਿਹੜੀ ਰਾਜਕਰਤਾ ਪਾਰਟੀ ਹੁੰਦੀ ਆ ਉਹ ਆਪਣੀ ਸਰਕਾਰੀ ਅਹੁਦੇ ਦਾ ਫਾਇਦਾ ਉਠਾ ਲੈਂਦੀ ਆ, ਸਰਕਾਰੀ ਫੰਡਿੰਗ ਕਰਨ ਵੇਲੇ ਇਹ ਆਪਣੀਆਂ ਰੈਲੀਆਂ ਕਰ ਲੈਂਦੇ ਨੇ। ਤਾਂ ਇਸ ਕਰਕੇ ਉਹਨਾਂ ਦੇ ਮਨਾਹੀ ਦੇ ਬਾਵਜੂਦ ਵੀ ਇਹਨਾਂ ਨੇ ਜੇ ਕੀਤੀਆਂ ਤੇ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਇਹ ਚੱਲ ਭੁਗਤਣਾ ਪਊਗਾ। ਕਾਦੀਆਂ ਸਾਹਿਬ, ਅਸੀਂ ਦੇਖ ਰਹੇ ਹਾਂ ਪਿਛਲੇ ਦਿਨਾਂ 'ਚ ਜਦੋਂ ਤੁਸੀਂ ਫੈਸਲਾ ਲਿਆ, ਜਥੇਬੰਦੀਆਂ ਨੇ ਤੁਹਾਡੇ ਅਟੈਕ ਸਾਰਿਆਂ ਨੇ ਕੀਤੇ। ਅਕਾਲੀਆਂ ਨੂੰ ਲੱਗਦਾ ਕਾਂਗਰਸ ਦੀ ਬੋਲੀ ਹੈ, ਕਾਂਗਰਸ ਨੂੰ ਲੱਗਦਾ ਆਪ ਵਾਲਿਆਂ ਦੀ ਬੋਲੀ ਹੈ, ਆਪ ਵਾਲਿਆਂ ਨੂੰ ਲੱਗਦਾ ਅਕਾਲੀ ਕਾਂਗਰਸ ਦੀ ਹੈ। ਕੌਣ ਹੋ ਤੁਸੀਂ? ਅਕਾਲੀ ਹੋ, ਕਾਂਗਰਸੀ ਹੋ, ਆਪ ਵਾਲੇ ਹੋ? ਕਿਸਾਨ ਆ ਅਸੀਂ। ਆਹੀ ਗੱਲ ਸਮਝਣ ਨੂੰ ਬਹੁਤ ਟਾਈਮ ਲੱਗ ਗਿਆ ਮੋਦੀ ਜੀ ਨੂੰ ਵੀ, ਉਹਨਾਂ ਨੂੰ ਵੀ ਸਾਨੂੰ ਬਹੁਤ ਲੈਂਗੁਏਜ ਵਰਤੀਆਂ ਸੀਗੀਆਂ ਵੀ ਇਹ ਖਾੜਕੂ ਆਏ ਨੇ ਜਾਂ ਖਾਲਿਸਤਾਨੀ ਆਏ ਨੇ ਜਾਂ ਕਮਿਊਨਿਸਟ ਆਏ ਨੇ
ਨਕਸਲੀ ਵਾਲੇ ਆਏ ਨੇ, ਅਲੱਗ-ਅਲੱਗ ਸਾਨੂੰ ਫਰੇਜ਼ ਵਰਤਣ ਦੀ ਲੋੜ ਪੈਂਦੇ ਆ। ਫਿਰ ਕਹਿੰਦੇ ਇਹ ਨਕਲੀ ਕਿਸਾਨ ਆ, ਅਸਲੀ ਕਿਸਾਨ ਤਾਂ ਖੇਤੋਂ ਮੇਂ ਕੰਮ ਕਰ ਰਿਹਾ ਹੈ। ਤੇ ਅੱਜ ਉਹੀ ਆਪਣੇ ਘਰੇ ਆ ਕੇ ਹੀ ਪੰਜਾਬ ਦੇ ਵਿੱਚ ਸਾਨੂੰ ਸਥਿਤੀ ਦੇਖਣੀ ਪਈ, ਜਦੋਂ ਇੱਕ ਦੂਜੇ ਤੇ ਇਹ ਦੋਸ਼ ਲਾਏ ਜਾ ਰਹੇ ਆ ਵੀ ਇਹ ਆਪ ਵਾਲੇ ਆ ਜਾਂ ਇਹ ਕਾਂਗਰਸੀ ਨੇ ਜਾਂ ਇਹ ਅਕਾਲੀ ਨੇ, ਕਿਉਂਕਿ ਉਹਨਾਂ ਨੂੰ ਇਹ ਸਮਝ ਨਹੀਂ ਆ ਰਹੀ। 74 ਸਾਲਾਂ 'ਚ ਪਹਿਲੀ ਵਾਰ ਇੱਕ ਕਿਸਾਨ ਜਾਗਰੂਕ ਹੋ ਕੇ ਆਪਣੀ ਆਰਥਿਕ ਲੜਾਈ ਲੜਨ ਗਿਆ ਤੇ ਇਕਜੁੱਟ ਹੋ ਕੇ 1 ਸਾਲ ਤੋਂ ਉੱਪਰ ਜਿਹੜੀਆਂ 32 ਜਥੇਬੰਦੀਆਂ ਕੀਆਂ ਗਈਆਂ, ਈਵਨ ਅਗਰਾਹਾਂ ਸਾਹਿਬ 33ਵੀਂ ਜਥੇਬੰਦੀ ਹੈ ਜਿਹੜੀ ਪੂਰੇ ਨਾਲ ਚੱਲ ਰਹੇ ਨੇ, ਪਰ ਸੰਯੁਕਤ ਨਹੀਂ ਸਾਡੇ ਨਾਲ ਹੈਗੇ, ਪਰ ਜੋ ਅਸੀਂ ਕਾਲ ਦਿੰਦੇ ਹਾਂ ਉਹ ਬਰਾਬਰ ਦੀ ਕਾਲ ਲੈਂਦੇ ਨੇ। ਉਹ ਗੱਲ ਇਹਨਾਂ ਨੂੰ ਸਮਝ ਨਹੀਂ ਆ ਰਹੀ। ਕਿਸਾਨਾਂ ਨੂੰ ਇੱਕ ਪਲੇਟਫਾਰਮ ਤੇ ਆਉਣਾ ਤੇ ਆਪਣੇ ਹੱਕ ਨੂੰ ਰੱਖਣਾ, ਇਹ ਚੀਜ਼ ਨੂੰ ਸਮਝਦੇ ਹੋਏ ਜਦੋਂ ਆਵਾਮ ਨੂੰ ਸਮਝ ਲੱਗ ਗਿਆ ਵੀ ਕਿਸਾਨ ਗਏ ਨੇ 3 ਕਾਨੂੰਨਾਂ ਪਿੱਛੇ, ਪਰ ਲੜਾਈ ਇਹ ਸਾਰਿਆਂ ਦੀ ਆ, ਸਾਡੇ ਮਜ਼ਦੂਰਾਂ ਦੀ ਲੜਾਈ ਬਰਾਬਰ ਆ। ਜੇ ਇਹ ਐਸੈਂਸ਼ੀਅਲ ਗੁੱਡਸ ਐਕਟ ਲੱਗ ਜਾਂਦੇ ਆ ਤਾਂ ਜਿਨ੍ਹਾਂ ਦੇ ਘਰੇ ਦਾਣੇ ਨਹੀਂ ਆਉਂਦੇ ਉਹ ਦਾਣੇ ਕਿੱਥੋਂ ਖਾਣਗੇ? ਮਹਿੰਗੇ ਕਾਰਪੋਰੇਟ ਘਰਾਣਿਆਂ ਥੱਲੇ ਉਹ ਕਿਵੇਂ ਕੰਮ ਕਰਨਗੇ? ਕਿਵੇਂ 12-12 ਘੰਟੇ ਉਹਨਾਂ ਤੋਂ ਕੰਮ ਕਰਾਇਆ ਜਾਊਗਾ? ਉਹਨਾਂ ਦੀ ਕੰਡੀਸ਼ਨਸ ਕੀ ਹੋਣਗੀਆਂ? ਉਹਨਾਂ ਦੀਆਂ ਇਕਨੋਮਿਕ ਪ੍ਰੋਬਲਮਸ ਕਿਹੜੀਆਂ ਹੋਣਗੀਆਂ? ਉਹ ਇਹਨਾਂ ਨੇ ਵਾਚ ਨਹੀਂ ਕੀਤੀਆਂ ਸੀ। ਪਰ ਜਿਵੇਂ ਜਿਵੇਂ ਆਪਣਾ ਮੋਰਚਾ ਵੱਧਦਾ ਗਿਆ, ਆਪਾਂ ਉਸ ਗੱਲ ਤੱਕ ਸਮਝਾਉਣ 'ਚ ਸਫਲ ਹੋ ਗਏ ਆ। ਮਜ਼ਦੂਰਾਂ ਨੂੰ ਸਮਝਾਉਣ 'ਚ ਸਫਲ ਹੋ ਗਏ, ਮਿਡਲ ਕਲਾਸ ਨੂੰ ਸਮਝਾਉਣ 'ਚ ਸਫਲ ਹੋ ਗਏ, ਕਿਸਾਨਾਂ ਨੂੰ ਆ, ਵਪਾਰੀਆਂ ਨੂੰ ਆ, ਦੁਕਾਨਦਾਰ ਜਿਹੜੇ ਹੈਗੇ ਨੇ ਵੀਰ ਉਹ ਵੀ ਸਮਝ ਗਏ ਵੀ ਜੇ ਕਾਰਪੋਰੇਟ ਘਰਾਣੇ ਆ ਗਏ ਸਾਡੀਆਂ ਨਿੱਕੀ ਨਿੱਕੀ ਦੁਕਾਨਾਂ ਨੂੰ ਪੁੱਛਣਾ ਕਿੰਨੇ ਆ, ਬ੍ਰਾਂਡਡ ਸਮਾਨ ਵਿਕਣੇ ਆ। ਜਿਵੇਂ ਆਨਲਾਈਨ ਸਮਾਨ ਨੇ ਕਾਫੀ ਇੱਕ ਮਾਰਕੀਟ ਨੂੰ ਗਿਰਾਵਟ 'ਚ ਲਿਆਂਦਾ। ਜਿਹੜੇ ਆਪਣਾ ਗਲੀਆਂ ਮਹੱਲਿਆਂ 'ਚ ਦੁਕਾਨਾਂ ਹੁੰਦੀਆਂ ਸੀ ਉਹਨਾਂ ਨੂੰ ਬਹੁਤ ਇਸ ਚੀਜ਼ ਦਾ ਨੁਕਸਾਨ ਝੱਲਣਾ ਪੈ ਰਿਹਾ। ਤੇ ਇਹ ਵੰਡਵੀਂ ਜਿਹੜੀ ਆਪਾਂ ਕਹਿੰਦੇ ਹੁੰਦੇ ਆ ਵੀ ਕਮਾਈ ਹੋਣੀ ਚਾਹੀਦੀ ਆ, ਹਰੇਕ ਨੂੰ ਰੋਟੀ ਕੱਪੜਾ ਘਰ ਕਾਰ ਗੱਡੀ ਲੈਣ ਦਾ ਹੱਕ ਹੋਣਾ ਚਾਹੀਦਾ, ਜੀਣ ਦਾ ਹੱਕ ਹੋਣਾ ਚਾਹੀਦਾ, ਉਹ ਬਰਾਬਰ ਤਾਂ ਨਹੀਂ ਰਹੂਗੀ। ਇਹ ਲੇਬਰਰ ਬਣਾ ਕੇ ਸਾਰਿਆਂ ਨੂੰ ਇੱਕ ਨਲੀ 'ਚ ਕਰ ਦੇਣਗੇ। ਇਸ ਚੀਜ਼ ਸਮਝਾਉਣ ਦੇ ਸਫਲ ਹੋ ਚੁੱਕੇ ਆ। ਤਾਂ ਇਹ ਅੰਦੋਲਨ ਕਿਸਾਨੀ ਨਹੀਂ ਰਹਿ ਗਿਆ, ਇਹ ਹੁਣ ਜਨ ਅੰਦੋਲਨ ਬਣ ਚੁੱਕੇ ਆ। ਅੱਛਾ ਕਾਦੀਆਂ ਸਾਹਿਬ, ਕਦੇ ਇਹ ਵੀ ਰਿਹਾ ਹੈਗਾ ਕਿ ਕੈਪਟਨ ਅਮਰਿੰਦਰ ਸਿੰਘ ਬਾਰੇ ਕਿਹਾ ਜਾਂਦਾ ਰਿਹਾ ਜਾਂ ਉਹਨਾਂ ਦੀ ਸਰਕਾਰ ਬਾਰੇ ਕਿ ਜਦੋਂ ਅੰਦੋਲਨ ਉੱਥੋਂ ਇੱਥੇ ਆ ਰਿਹਾ ਸੀ, ਇੱਕ ਇਨਡਾਇਰੈਕਟ ਮਦਦ ਰਹੀ, ਬਹੁਤ ਸਾਰੇ ਲੋਕ ਕਹਿੰਦੇ ਸੀ ਕਿ ਸਰਕਾਰ ਦੀ। ਤੁਹਾਨੂੰ ਕੀ ਲੱਗਦਾ ਹੈਗਾ ਫਿਰ ਇਹ ਮਾਹੌਲ ਬਦਲਦਾ ਕੋਈ ਐ ਸੀ ਕਿ ਸਰਕਾਰ ਨੇ ਉੱਥੇ ਪੰਗਾ ਨਹੀਂ ਲਿਆ ਤੁਹਾਡੇ ਅੰਦੋਲਨ ਨਾਲ, ਕੋਈ ਇਸ ਤਰ੍ਹਾਂ ਦਾ ਲਾਠੀ ਚਾਰਜ ਨਹੀਂ ਕੀਤਾ, ਕੁਝ ਨਹੀਂ ਕੀਤਾ, ਪਰ ਦੂਜੇ ਪਾਸੇ ਹੁਣ ਇਹ ਮਾਹੌਲ ਹੈਗਾ ਕਿ ਕੈਪਟਨ ਅਮਰਿੰਦਰ ਸਿੰਘ ਇਹ ਬਿਆਨ ਦੇ ਰਹੇ ਨੇ? ਦੇਖੋ, ਇਹ ਗੱਲਾਂ ਕਹਿਣ ਵਾਲੀਆਂ ਹੋਰ ਹੁੰਦੀਆਂ ਨੇ ਤੇ ਜਿਹੜੀ ਅਸਲੀਅਤ ਕੋਈ ਗੱਲ ਦੀ ਹੋਰ ਹੁੰਦੀ ਆ। ਕਹਿਣ ਵਾਲੀਆਂ ਗੱਲਾਂ ਤਾਂ ਕਹਿੰਦੇ ਰਹੇ ਆ ਵੀ ਇਹ ਕਾਂਗਰਸ ਮਦਦ ਕਰ ਰਹੀ ਆ, ਬੀਜੇਪੀ ਵੀ ਕਹਿੰਦੀ ਹੁੰਦੀ ਸੀ ਵੀ ਇਹਨਾਂ ਦੀ ਲੋਕਲ ਜਿਹੜੀ ਗਵਰਨਮੈਂਟ ਆ ਉਹ ਮਦਦ ਕਰ ਰਹੀ ਹੈ, ਤਾਂ ਇਨਡਾਇਰੈਕਟ ਮਦਦ ਕਹਿੰਦੇ, ਇਨਡਾਇਰੈਕਟ ਮਦਦ ਕਰ ਰਹੀ ਹੈ। ਪਰ ਰੀਜ਼ਨ ਇਹ ਆ ਜਦੋਂ ਤੁਹਾਡੇ ਨਾਲ ਕੋਈ ਪੰਗਾ ਨਹੀਂ ਲਿਆ, ਇਹ ਕਿਹਾ ਜਾ ਸਕਦਾ ਪੰਗਾ ਸਾਡੇ ਨਾਲ ਨਹੀਂ, ਲੋਕਾਂ ਨਾਲ ਨਹੀਂ ਲੈ ਸਕੇ। ਲੋਕ ਉੱਠ ਗਏ ਸੀਗੇ ਲਾਈਨਾਂ ਦੇ ਉੱਤੇ, ਸਾਰੇ ਕਿਸਾਨੀ ਆ ਗਈ ਸੀਗੀ। ਉਹ ਲੋਕ ਲਹਿਰ ਦੇ ਮੂਰੇ ਕੋਈ ਸਰਕਾਰ ਵੀ ਪੰਗਾ ਨਹੀਂ ਲੈਂਦੀ। ਜੇ ਲੋਕ ਲਹਿਰ ਦੇ ਮੂਰੇ ਹੈਲੀਕਾਪਟਰ ਹਰਿਆਣੇ 'ਚ ਨਹੀਂ ਉਤਰ ਦਿੱਤਾ ਤਾਂ ਉਹਨਾਂ ਨੂੰ ਕੰਡੀਸ਼ਨ ਪਤਾ ਲੱਗ ਗਈ। ਹਰਿਆਣੇ ਨੇ ਪਹਿਲਾਂ ਬਾਰਡਰਾਂ ਤੇ ਲਾ ਕੇ ਦੇਖ ਲਿਆ ਸੀ, ਉਹ ਵੀ ਲੋਕ ਲਹਿਰ ਸੀ ਜਿਹੜੀ ਪੱਟ ਕੇ ਉਰੇ ਲੈ ਕੇ ਆਈ ਆ। ਹਰਿਆਣੇ ਵਾਲੇ ਵੀਰਾਂ ਨੇ ਵੀ ਕੀਤਾ, ਪੰਜਾਬ ਵਾਲੇ ਵੀ ਆਏ, ਲੋਕ ਲਹਿਰ ਇੱਕ ਬਣੀ, ਕਿਸਾਨੀ ਦੀ ਲਹਿਰ ਇੱਕ ਬਣੀ। ਤੇ ਅੱਜ ਜੇ ਇੱਥੇ ਬੈਠੇ ਆ ਤੇ ਮੋਦੀ ਸਰਕਾਰ ਕਿਹੜਾ ਸਾਨੂੰ ਉਠਾ ਸਕੀ ਆ? ਤੇ ਇਹ ਕਹੋਗੇ ਮੋਦੀ ਨੇ ਬਿਠਾਇਆ ਸਾਨੂੰ ਇੱਥੇ? ਰੀਜ਼ਨ ਇਹ ਆ ਵੀ ਲੋਕ ਲਹਿਰ ਜਦੋਂ ਬਣਦੀਆਂ ਨੇ ਉਦੋਂ ਸਿਆਸਤ ਨੂੰ ਆਪਣੇ ਰੰਗ ਬਦਲਣੇ ਪੈਂਦੇ ਨੇ। ਜਿੱਦਣ ਅਸੀਂ ਇਹ ਕਹਿਤਾ ਵੀ ਸਾਰੇ ਸਿਆਸੀ ਪਾਰਟੀਆਂ ਇੱਕ ਨਲੀ 'ਚ ਕੱਢਤੀਆਂ ਵੀ ਤੁਸੀਂ ਭਾਈ ਚੋਣਾਂ ਤੱਕ ਰੁਕਣਾ, ਉਦੋਂ ਤੋਂ ਹੀ ਸਿਆਸੀ ਪਾਰਟੀਆਂ ਨੂੰ ਇਹ ਲੱਗਣ ਲੱਗ ਗਿਆ ਵੀ ਇਹ ਸਾਨੂੰ ਰੋਕ ਰਹੇ ਆ ਤੇ ਹੁਣ ਅਸੀਂ ਆਪਣਾ ਡਿਫੈਂਡ ਕਰਨ ਦੀ ਜਗ੍ਹਾ ਅਟੈਕਿੰਗ ਮੂਡ ਤੇ ਆਈਏ। ਉਹ ਉਦਣ ਜਾਂ ਡਿਫੈਂਡਿੰਗ ਮੂਡ ਤੇ ਲੱਗੇ ਜਿੱਦਣ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਬੁਲਾਇਆ। ਪਰ ਉਸ ਤੋਂ ਬਾਅਦ ਜਦੋਂ ਕਿਹਾ ਗਿਆ, ਅਪੀਲ ਕੀਤੀ ਗਈ ਵੀ ਚੋਣਾਂ ਹਲੇ ਦੂਰ ਨੇ, ਕਿਉਂਕਿ ਇੱਕ ਵਾਰੀ ਮੇਰਾ ਵੀ ਪਹਿਲਾਂ ਬਿਆਨ ਆਇਆ ਸੀ ਜਦੋਂ ਐਸਕੇਐਮ ਨੇ ਕਹਿਤਾ ਸੀ ਵੀ ਨਹੀਂ ਵਾਪਸ ਲੈਣਾ, ਵੀ ਇੱਕ ਜਥੇਬੰਦੀ ਦਾ ਬਿਆਨ ਆ, ਮੈਂ ਉਦੋਂ ਵੀ ਇਹੀ ਕਿਹਾ ਸੀ ਵੀ ਚੋਣਾਂ ਦੇ ਵਿੱਚ ਆ ਰਹੇ ਨੇ ਲੋਕੀ, ਸਾਡੇ ਪਿੰਡਾਂ ਜਾ ਕੇ ਭਾਈਚਾਰਾ ਤੋੜ ਰਹੇ ਆ। ਇਹ 'ਚ ਕੋਈ ਸ਼ੱਕ ਨਹੀਂ ਵੀ ਸਾਡੀ ਇੱਕ ਟਰਾਲੀ ਜੇ ਇੱਕ ਪਿੰਡੋਂ ਆਈ ਆ ਉਹ 'ਚ ਅਕਾਲੀ ਵੀ ਆ, ਕਾਂਗਰਸੀ ਵੀ ਆ, ਆਪ ਵੀ ਆ, ਪਰ ਉਹ ਭਾਈਚਾਰਕ ਸਾਂਝ ਨਾਲ ਆਏ ਹੋਏ ਨੇ, ਇੱਕ ਆਪਣੇ ਕਿੱਤੇ ਵਾਸਤੇ ਇੱਥੇ ਲੜਾਈ ਲੜਨ ਆਏ ਹੋਏ ਨੇ। ਉਹਨਾਂ ਦੇ ਪਿੰਡਾਂ ਦੇ ਵਿੱਚ ਸਰਪੰਚਾਂ ਨੇ, ਪੰਚਾਇਤਾਂ ਹੋਈਆਂ, ਪੰਚਾਇਤਾਂ ਨੇ ਆਪਣੀ ਫੰਡਿੰਗ ਕੀਤੀ, ਆਪਦੇ ਪਿੰਡਾਂ ਦੇ ਤੁਸੀਂ ਦੇਖੇ ਹੋਣਗੇ ਇੱਥੇ ਬੋਰਡ ਲੱਗੇ ਹੋਏ ਆ ਜਿਹੜੇ ਇੱਕ ਪੰਚਾਇਤਾਂ ਨੇ ਉਹਨਾਂ ਨੂੰ ਫੰਡਿੰਗ ਕਰ ਰਹੇ ਨੇ। ਇੱਕ ਪੰਚਾਇਤ ਆਪਦੇ ਰੂਪ 'ਚ ਆਪਦੀ ਜ਼ਿੰਮੇਵਾਰੀ ਸਮਝਦੇ ਹੋਏ ਇੱਕ ਪਿੰਡ 'ਚੋਂ ਬੰਦੇ ਭੇਜ ਰਹੀ ਆ। ਉਹਦੇ ਵਿੱਚ ਇਹ ਨਹੀਂ ਹੈ ਵੀ ਉਹ ਅਕਾਲੀ ਨਹੀਂ ਹੈ ਜਾਂ ਕਾਂਗਰਸ ਨਹੀਂ ਹੈ ਜਾਂ ਆਪ ਨਹੀਂ ਹੈ। ਪਰ ਜਥੇਬੰਦੀਆਂ ਐਸਕੇਐਮ ਨੇ ਲੋਕ ਲਹਿਰ ਖੜੀ ਕਰਨ ਵਾਸਤੇ ਉਸ ਪੋਜੀਸ਼ਨ ਤੇ ਲਿਆਉਣ ਤੱਕ ਉਹ ਐਸਕੇਐਮ ਦਾ ਬਹੁਤ ਵੱਡਾ ਰੋਲ ਆ। ਤੇ 32 ਜਥੇਬੰਦੀਆਂ ਨੇ ਜਿਨ੍ਹਾਂ ਨੇ ਸ਼ੁਰੂ ਕੀਤਾ ਅੰਦੋਲਨ, ਉਹਨਾਂ ਦਾ ਬਹੁਤ ਵੱਡਾ ਰੋਲ ਆ, ਉਹ ਹੁਣ ਭੁੱਲਿਆ ਨਹੀਂ ਜਾ ਸਕਦਾ। ਇਹ ਕਿਹਾ ਜਾ ਰਿਹਾ ਕਿ ਕਿਉਂਕਿ ਤੁਸੀਂ ਇਸ ਕਰਕੇ ਵਿਰੋਧ ਕਰ ਰਹੇ ਹੋ, ਤੁਸੀਂ ਆਪਣੀ ਕੋਈ ਪਾਰਟੀ ਬਣਾਉਣੀ ਹੈ, ਤੁਹਾਡਾ ਆਪਣਾ ਕੋਈ ਰਾਜਨੀਤਿਕ ਏਜੰਡਾ, ਇਸ ਕਰਕੇ ਇਹਨਾਂ ਨੇ ਕਹਿਤਾ ਜੀ ਅਕਾਲੀਆਂ ਨੂੰ, ਆਪ ਵਾਲਿਆਂ ਨੂੰ, ਕਾਂਗਰਸੀਆਂ ਨੂੰ ਰੈਲੀਆਂ ਨਾ ਕਰਨ ਦਿਓ। ਬਿਲਕੁਲ, ਉਹਨਾਂ ਦੀ ਆਪਣੀ ਅਲੱਗ-ਅਲੱਗ ਸੋਚਣੀ ਹੋ ਸਕਦੀ ਆ। ਉਹ ਹਾਲੇ ਤੱਕ ਸਾਡੇ 3 ਕਾਨੂੰਨਾਂ ਨਾਲ ਤਾਂ ਨਾਲ ਖੜੇ ਨਹੀਂ। 3 ਕਾਨੂੰਨਾਂ ਦੀ ਜਦੋਂ ਗੱਲ ਹੁੰਦੀ ਆ ਜਦੀ ਸੁਣਵਟੇ ਲੈਣ ਲਾ ਜਾਂਦੇ ਨੇ। ਜੇ 10 ਮਹੀਨੇ ਤੱਕ ਉਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਪੋਲੀਟੀਕਲ ਪਾਰਟੀ ਨੂੰ ਵੀ ਅਸੀਂ ਲੋਕਾਂ ਕੋਲ ਜਾਣਾ ਹੀ ਪੈਣਾ ਇਲੈਕਸ਼ਨਾਂ ਵਿੱਚ ਤੇ ਲੋਕਾਂ ਨੂੰ ਜਵਾਬ ਦੇਣਾ ਪੈਣਾ, ਜਿਹੜਾ ਇਹ ਅੰਦੋਲਨ ਚੱਲਿਆ ਇਹਦਾ ਜਵਾਬ ਲੋਕੀ ਮੰਗਣਗੇ ਤੁਹਾਡੇ ਤੋਂ। ਇਹ ਤਾਂ ਉਹਨਾਂ ਨੂੰ ਗੱਲ ਅੱਜ ਤੋਂ ਸਾਲ ਪਹਿਲਾਂ ਪਤਾ ਹੋਣੀ ਚਾਹੀਦੀ ਸੀਗੀ ਵੀ ਇੱਕ ਦਿਨ ਜਾਣਾ ਪੈਣਾ
ਅੱਜ ਅਸੀਂ ਜਾਗਰੂਕ ਕਰ ਲਏ ਪਿੰਡ ਵਾਲੇ, ਅੱਜ ਸ਼ਹਿਰ ਵਾਲੀ ਪਾਪੂਲੇਸ਼ਨ ਨੇ ਸਾਰੀ ਜਾਗਰੂਕ ਕਰ ਲਈ। ਜਿਹੜੇ ਸ਼ਹਿਰ ਵਾਲੇ ਵੀਰ ਨੇ ਉਹ ਵੀ ਕਿਤੇ ਨਾ ਕਿਤੇ ਇਹ ਅੰਦੋਲਨ ਦੇ ਨਾਲ ਖੜ ਗਏ ਆ ਕੇ। ਉਹ ਉਹਨਾਂ ਨੂੰ ਮੇਨ ਪ੍ਰੋਬਲਮ ਉੱਥੋਂ ਖੜੀ ਹੋਈ ਜਿੱਥੋਂ ਕਿਸਾਨੀ ਤੋਂ ਵੀ ਉੱਠ ਕੇ ਅਗਲਾ ਫਰੇਮ ਤੇ ਆ ਕੇ ਆੜਤੀਆ ਵੀਰਾਂ ਨੂੰ ਤੰਗ ਕੀਤਾ ਜਾ ਰਿਹਾ, ਉਹ ਸਾਡੇ ਨਾਲ ਨੇ। ਸ਼ੈਲਰ ਵੀਰਾਂ ਨੂੰ ਤੰਗ ਕੀਤਾ ਜਾਂਦਾ, ਉਹ ਸਾਡੇ ਨਾਲ ਨੇ। ਤਾਂ ਉਹ ਇਸ ਤਰੀਕੇ ਨਾਲ ਟਰਾਂਸਪੋਰਟ ਨੇ ਸਾਰੇ, ਉਹਨਾਂ ਨੂੰ ਤਾਂ ਅਲੱਗ-ਅਲੱਗ ਤਰੀਕੇ ਨਾਲ ਤੰਗ ਕੀਤਾ ਜਾ ਰਿਹਾ। ਜਿਹੜੀ ਨੌਕਰੀਆਂ ਦਿੱਤੀਆਂ ਜਾ ਰਹੀਆਂ, ਜਿਹੜੀਆਂ PRTC ਦੇ ਵਿੱਚ ਪ੍ਰੋਬਲਮ ਪਈ ਹੋਈ ਆ, ਜਿਹੜੇ ਮਾਸਟਰ ਹਾਲੇ ਕੱਚੇ ਰੱਖੇ ਸੀ ਉਹ ਪੱਕੇ ਨਹੀਂ ਕੀਤੇ ਗਏ, ਉਹ ਸਾਰੀਆਂ ਇੱਕ ਪ੍ਰੋਬਲਮਾਂ ਇਕੱਠੀਆਂ ਕਲੱਬ ਹੋਣ ਲੱਗ ਗਈਆਂ ਤੇ ਸਾਰਿਆਂ ਨੇ ਇੱਕ ਤਕਰੀਬਨ ਆਪਣੀ ਸਟੇਜ ਤੇ ਆ ਕੇ ਇੱਥੇ ਮੰਗ ਰੱਖੀ ਹੈ ਵੀ ਸਾਡੀ ਮਦਦ ਕੀਤੀ ਜਾਵੇ। ਅੱਜ ਜੇ ਪੰਜਾਬ ਜਾਂ ਹਰਿਆਣੇ 'ਚ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਸੰਯੁਕਤ ਮੋਰਚੇ ਕੋਲ ਮੰਗ ਆਉਂਦੀ ਹੈ ਵੀ ਤੁਸੀਂ ਸਾਡੀ ਸਪੋਰਟ ਕਰੋ ਤਾਂ ਇਹ ਆਪਾਂ ਜਿੱਤ ਸਕਦੇ ਹਾਂ। ਉਹ ਇੱਕ ਜਨ ਅੰਦੋਲਨ ਜਦੋਂ ਬਣ ਜਾਂਦਾ ਹੁੰਦਾ ਤਾਂ ਪੋਲੀਟੀਕਲ ਪਾਰਟੀਆਂ ਨੂੰ ਨਾਰਮਲੀ ਹੈ ਵੀ ਪੋਲੀਟੀਕਲ ਪਾਰਟੀ ਨੂੰ ਫਿਕਰ ਲੱਗੂਗਾ ਵੀ ਕਿਤੇ ਇਹ ਪੋਲੀਟੀਕਲ ਪਾਰਟੀ ਵਾਲੇ ਪਾਸੇ ਨਾ ਚਲੇ ਜਾਣ, ਕਿਉਂਕਿ ਉਹ ਨਹੀਂ ਚਾਹੁੰਦੇ ਵੀ ਕੋਈ ਆਮ ਘਰਾਂ ਦੇ ਬੰਦੇ ਬੱਚੇ ਅੱਗੇ ਆਉਣ। ਲੁਟੇਰੇ ਜਿਹੜੀ ਕੰਪਨੀ ਲੱਗੀ ਹੋਈ ਆ ਵੀ ਉਹ ਅਲੱਗ-ਅਲੱਗ ਕੰਪਨੀਆਂ, ਬਸ ਕੰਪਨੀ ਦਾ ਨਾਂ ਚੇਂਜ ਹੁੰਦਾ, ਲੁੱਟਣ ਦਾ ਕੰਮ ਸਿਸਟਮ ਉਹੀ ਆ, ਉਹੀ ਲੁੱਟਣਾ ਵਿਦਾਇਰ ਗੈਰ ਵਤੀਰੇ ਵਰਤਨੇ ਆ। ਕੋਈ ਇਹਨਾਂ ਨੇ ਜੌਬ ਨਹੀਂ ਕ੍ਰੀਏਟ ਕੀਤੀ। 5 ਸਾਲ ਦੀ ਕਿਹਾ ਸੀ ਤੁਹਾਡੇ ਬੱਚਿਆਂ ਨੂੰ ਜੌਬ ਦੇਵਾਂਗੇ, ਕੋਈ ਨਹੀਂ ਦਿੱਤੀ। ਸਾਡੇ ਕਰਜ਼ੇ ਸੀ 80,000 ਕਰੋੜ ਦੇ, ਉਹ ਕੋਈ ਨਹੀਂ ਦਿੱਤੇ। ਤੇ ਉਹ ਗੱਲ ਸਾਰੀ ਸਾਹਮਣੇ ਆਈ ਹੋਈ ਆ। ਕੋਵਿਡ-19 ਦਾ ਬਹਾਨਾ ਲੈ ਕੇ ਆਪਾਂ ਨੂੰ ਘਰਾਂ 'ਚ ਵਾੜਤਾ। ਘੱਟੋ ਘੱਟ 2 ਸਾਲ ਹੋ ਗਏ ਆ, ਅੱਜ ਤੱਕ ਹਲੇ ਵਪਾਰ ਜਾਂ ਨੌਕਰੀ ਕੋਈ ਇਹਨਾਂ ਨੇ ਕੋਈ ਸਪਸ਼ਟੀਕਰਨ ਕੰਟਰੀ ਦਾ ਸਟੇਟ ਦਾ ਨਹੀਂ ਚਲਾਇਆ। ਜੇ ਅੱਜ ਰਾਜਾ ਸਾਹਿਬ ਬੋਲ ਰਿਹਾ ਜੀ, ਉਹ ਗੱਲ ਨਹੀਂ ਕਰ ਰਹੇ ਵੀ ਅੱਜ ਕੈਪਟਨ ਬੋਲਿਆ, ਪਰ ਇਹ ਸਰਕਾਰ ਬਾਰੇ ਪਹਿਲਾਂ ਗੱਲਾਂ ਹੋ ਰਹੀਆਂ ਨੇ। ਜੇ ਤੁਸੀਂ ਪਿੰਡਾਂ ਜਾਓਗੇ ਤਾਂ ਲੋਕੀ ਅੱਕੇ ਪਏ ਨੇ ਸਾਰੀ ਪੋਲੀਟੀਕਲ ਸਟਰਕਚਰ ਤੋਂ। ਮੈਂ ਕਿੰਨੀ ਵਾਰ ਕਹਿ ਚੁੱਕਿਆ, 74 ਸਾਲਾਂ ਦੇ ਅੱਕੇ ਹੋਏ ਲੋਕ ਅੱਜ ਉੱਭਰੇ ਨੇ ਵੀ ਇਹ ਜਿਹੜਾ ਸਮਾਜ 74 ਸਾਲ ਦਿੱਤਾ ਉਹ ਇਹਨਾਂ ਨੇ ਦਿੱਤਾ ਸੀਗਾ। ਤੇ ਇਹ ਹੁਣ ਸਮਾਜ ਕਿਹੋ ਜਿਹਾ ਅੱਗੇ ਲੈ ਕੇ ਜਾਣਾ, ਉਹ ਲੋਕਤੰਤਰ ਆ, ਲੋਕ ਹੀ ਫੈਸਲਾ ਕਰਨਗੇ। ਤੁਹਾਡੇ ਲੀਡਰਾਂ ਬਾਰੇ ਅਸੀਂ ਦੇਖਦੇ ਹਾਂ ਪੋਸਟਾਂ ਚਲਾਈਆਂ ਜਾਂਦੀਆਂ, ਨਹੀਂ ਪਤਾ ਕੌਣ ਚਲਾਉਂਦਾ। ਪੋਸਟ ਲਾਈ ਜਾਂਦੇ ਆ ਰਾਜੇਵਾਲ ਨਹੀਂ ਰਾਜੇਵਾਲ, ਐਂ ਕਿਉਂ? ਕਿਉਂਕਿ ਜਿਹੜਾ ਵੀ ਇੱਥੇ ਸੱਚ ਬੋਲੂਗਾ ਉਹਦੇ ਬੁਰੇ ਗਲਤ ਕਿਹਾ ਜਾ ਗਿਆ। ਮੈਂ ਛੋਟਾ ਮੂੰਹ ਵੱਡੀ ਗੱਲ ਕਹਿਣ ਲੱਗਿਆ ਤਾਂ ਬਾਬਾ ਨਾਨਕ ਜੀ ਜਦੋਂ ਚੱਲੇ ਸੀ ਉਹਨਾਂ ਬਾਰੇ ਹੀ ਬੜੇ ਅੱਖਰ ਕਹੇ ਗਏ ਸੀ ਤੇ ਅੱਜ ਅਸੀਂ ਪੂਜਨਕ ਸਮਝਦੇ ਹਾਂ ਤੇ ਉਹਨਾਂ ਦੀਆਂ ਦਿੱਤੇ ਹੋਏ ਰਾਹਾਂ ਦੇ ਉੱਤੇ ਚੱਲਦੇ ਪਏ ਆ। ਤੇ ਮੇਨ ਜਿਹੜਾ ਕਿੱਤਾ ਖੇਤੀ ਆ ਤਾਂ ਚਲਾਇਆ ਹੀ ਬਾਬੇ ਨਾਨਕ ਨੇ ਸੀ, ਸਾਨੂੰ ਉਹੀ ਖੇਤੀ ਕਰਨ ਦੇ ਕੇ ਗਿਆ। ਤਾਂ ਜਦੋਂ ਵੀ ਕੋਈ ਬੰਦਾ ਗੱਲ ਕਰੂਗਾ ਤੇ ਜਦੋਂ ਕੋਈ ਰੈਵੋਲੂਸ਼ਨਰੀ ਹੁੰਦੀ ਆ ਤੇ ਉਹਦੀ ਨੈਗੇਟਿਵਿਟੀ ਉਹ 'ਚ ਪਾਉਣੀ, ਲੋਕਾਂ 'ਚ ਪਾਉਣੀ ਵੀ ਲੋਕ ਲਹਿਰ ਹੋਰ ਵੱਡੀ ਨਾ ਹੋ ਜੇ, ਇਹ ਹਮੇਸ਼ਾ ਚੱਲ ਰਹਿੰਦੀ। ਅੱਜ ਕੱਲ੍ਹ ਜਿਹੜੀ ਫੇਸਬੁੱਕ ਹੈ ਇਹਦੇ ਤਾਂ IT ਸੈੱਲ ਇਹਨਾਂ ਨੇ ਬਣੇ ਹੋਏ ਨੇ। ਦੇਖੋ ਜੀ, ਸਰਮਾਏਦਾਰ ਨੇ, ਸਰਮਾਏਦਾਰਾ ਕੁਝ ਵੀ ਕਰ ਸਕਦਾ। ਇਹ ਲੋਕ ਨੇ ਜਿਹੜੇ ਆਪ ਬੈਠੇ ਨੇ ਇੱਥੇ, ਸਰਮਾਏਦਾਰਾ ਤਾਂ ਬਹੁਤ ਤਰੀਕੇ ਵਰਤੂਗਾ। ਹਾਲੇ ਤਾਂ ਸ਼ੁਰੂ ਹੋਇਆ, ਤੁਸੀਂ ਅੱਗੇ ਦੇਖੋ ਕੀ ਕਰਦੇ ਆ ਇਹ। ਕੀ ਲੱਗਦਾਗਾ ਆਉਣ ਵਾਲੇ ਦਿਨਾਂ ਦੇ ਅੰਦਰ ਸਮਝੌਤਾ ਹੋ ਸਕਦਾ ਕੋਈ ਸਰਕਾਰ ਦੇ ਨਾਲ ਮੋਰਚੇ ਦਾ? ਕੋਈ ਸਰਕਾਰ ਇਸ ਗੱਲ ਦੇ ਲਈ ਤਿਆਰ ਹੈਗੀ ਹੈ? ਕੋਈ ਝੁੱਕੀ ਹੈ ਮਾੜੀ ਮੋਟੀ ਮੁਜ਼ੱਫਰਨਗਰ ਮਹਾਪੰਚਾਇਤ ਤੋਂ ਬਾਅਦ? ਦੇਖੋ ਜਿਵੇਂ ਆਪਾਂ ਪਹਿਲਾਂ ਰਾਜਨੀਤਿਕ ਤਰੀਕੇ ਨਾਲ ਹੁਣ ਗੱਲ ਕਰੀਏ, ਫਿਰ ਜੇ ਇਹੋ ਜਿਹੀ ਗੱਲ ਕਰ ਦਿੰਦੇ ਆ ਸਿਆਸੀ ਪਾਰਟੀਆਂ ਕਹਿ ਦਿੰਦੀਆਂ ਇਹੋ ਜਿਹੀ ਗੱਲ ਕਿਉਂ ਕਰਦੇ ਹੋ, ਪਰ ਕੈਲਕੂਲੇਸ਼ਨ ਤਾਂ ਹੁੰਦੀ ਆ। ਕੋਈ ਐਜੀਟੇਸ਼ਨ ਕਰਨੀ ਤਾਂ ਵੀ ਹੁੰਦੀ ਵੀ 13 ਸੀਟਾਂ ਨਾਲ ਨੂੰ ਕੋਈ ਫਰਕ ਨਹੀਂ ਪੈਂਦਾ। ਇਹ ਤਾਂ ਗੱਲ ਹੈ ਪੰਜਾਬ ਦੀ, ਆਪਾਂ ਹਮੇਸ਼ਾ ਕਿਹਾ ਜਾਂਦਾ ਜਦੋਂ ਵੀ ਪੰਜਾਬ ਦੀ ਮੰਗਾਂ ਆਉਂਦੀਆਂ। ਯੂਪੀ ਇੱਕ ਬਹੁਤ ਵੱਡੀ 80+ ਸੀਟਾਂ, ਉੱਤਰਾਖੰਡ ਵਿੱਚ ਲਾ ਕੇ 84 85 86 ਸੀਟਾਂ ਨੇ। ਤੇ ਉਹ ਜਦੋਂ ਮਤਲਬ ਗੱਲ ਹੁੰਦੀ ਆ ਤਾਂ ਉੱਥੇ ਡਰ ਹੈ ਇਹਨਾਂ ਨੂੰ। ਉੱਥੇ ਵੀ ਲਹਿਰ ਆਪਾਂ ਵਾੜੀ ਤੇ ਬਹੁਤ ਵੱਡਾ ਇਕੱਠ ਸ਼ਾਇਦ ਤੁਸੀਂ ਵੀ ਕਵਰ ਕੀਤਾ ਹੋਵੇ ਵੀ ਮੁਜ਼ੱਫਰਨਗਰ 'ਚ ਹੋਇਆ ਤੇ ਆਮ ਲੋਕ ਇਸ ਗੱਲ ਨੂੰ ਆ ਗਏ। ਤੇ ਸਭ ਤੋਂ ਵੱਡੀ ਗੱਲ ਜਿਹੜੀ ਆਈ ਆ ਉਹ ਇਹ ਆਈ ਆ, ਉਹਦੇ 'ਚ ਉੱਥੇ ਬਿਆਨ ਦਿੱਤੇ ਗਏ ਕੁਝ ਹੋਏ ਤਾਂ ਉਹਨਾਂ ਤੋਂ ਸਾਰੀਆਂ ਪੋਲੀਟੀਕਲ ਪਾਰਟੀਆਂ ਬਹੁਤ ਔਖੀ ਨੇ, ਕਿਉਂਕਿ ਉਹ ਸਾਨੂੰ ਧਰਮਾਂ ਤੇ, ਜਾਤਾਂ ਤੇ, ਕਿੱਤੇ ਦੇ ਆਧਾਰ ਤੇ ਲੜਾ ਕੇ ਵੋਟਾਂ ਲੈਂਦੇ ਸੀਗੇ, ਸਾਨੂੰ ਵੇਖਮਾ ਕਰਦੇ ਸੀ। ਉੱਥੇ ਕਿਹਾ ਗਿਆ ਵੀ ਜੋ ਹਮਾਰੇ को तोड़ रहे हैं हम उनको जोड़ेंगे। अगर हिंदू मुसलमान ਦੀ ਕੋਈ ਪ੍ਰੋਬਲਮ ਸੀ ਤਾਂ ਜੋੜਿਆ, ਇਸ ਲਹਿਰ ਨੇ ਜੋੜਿਆ। ਸਾਡੇ ਉੱਥੇ ਤੁਸੀਂ ਇਹ ਦੇਖੋ ਕਿੱਡਾ ਵੱਡਾ ਇਕੱਠ ਸੀਗਾ, ਉਹਦੇ 60% ਜਿਹੜੇ ਭੰਡਾਰੇ ਲੱਗੇ ਸੀਗੇ ਉਹ ਮੁਸਲਮਾਨ ਬਰਾਦਰੀ ਨੇ ਲਾਏ ਹੋਏ ਸੀਗੇ। ਸਿੱਖਾਂ ਨੇ ਲਾਏ, ਹਿੰਦੂਆਂ ਨੇ ਲਾਏ, ਮੁਸਲਮਾਨ ਬਰਾਦਰੀ ਨੇ ਵੀ ਲਾਏ ਹੋਏ ਸੀ। ਤਾਂ ਉੱਥੋਂ ਉਹਨਾਂ ਨੂੰ ਡਰ ਪੈ ਗਿਆ ਵੀ ਇਹ ਤਾਂ ਲੋਕਾਂ ਨੂੰ ਜੋੜਨ ਲੱਗ ਗਏ। ਜਿਹੜੀਆਂ ਸਰਕਾਰਾਂ ਤੋੜ ਕੇ ਰਾਜ ਕਰਦੀਆਂ ਹੁੰਦੀਆਂ ਉਹਨਾਂ ਨੂੰ ਹਮੇਸ਼ਾ ਇਹ ਗੱਲ ਦਾ ਫਰਕ ਰਹਿੰਦਾ ਵੀ ਇਹ ਜੋ ਜੋੜਨ ਕਿਵੇਂ ਲੱਗ ਗਏ। ਤਾਂ ਕਿਤੇ ਨਾ ਕਿਤੇ ਤੁਹਾਡੀ ਜਿਹੜੀ ਕੁਐਸਚਨ ਆ ਵੀ ਇਹ ਸਰਕਾਰ ਮੰਨ ਸਕਦੀ ਆ ਜਾਂ ਆ ਸਕਦੀ ਹੈ, ਕਿਉਂਕਿ ਜਦੋਂ ਪੋਲੀਟੀਕਲ ਸੱਟ ਮਾਰਦੇ ਆ ਨਾ, ਇਹ ਲੋਕ ਪੋਲੀਟੀਕਲ ਲੋਕ ਨੇ, ਇਹ ਆਪਣਾ ਕੈਲਕੂਲੇਸ਼ਨ ਵਾਲੇ ਲੋਕ ਨੇ, ਆਪਣੀ ਪੋਲੀਟੀਕਲ ਕੈਲਕੂਲੇਸ਼ਨ ਕਰਦੇ ਆ, ਕੁਝ ਪੈਸੇ ਦੀ ਕੈਲਕੂਲੇਸ਼ਨ ਕਰਦੇ ਨੇ। ਜਦੋਂ ਇਹਨਾਂ ਨੂੰ ਇਹਨਾਂ ਦੇ ਕੰਮ 'ਚ ਦਖਲ ਹੁੰਦਾ ਜਾਂ ਸੱਟ ਵੱਜਦੀ ਆ ਫਿਰ ਇਹ ਭੱਜਦੇ ਨੇ। ਲੱਗਦਾ ਆਉਣ ਵਾਲੇ ਸਮੇਂ 'ਚ ਆਉਣਾ ਚਾਹੀਦਾ, ਪਰ ਬਹੁਤ ਵੱਡੀ 600 ਤੋਂ ਉੱਪਰ ਸਾਡੇ ਸ਼ਹੀਦ ਹੋ ਗਏ ਆ। ਅੱਜ ਦ੍ਰਿੜ ਬੰਦੇ ਸਾਡੇ ਇੱਥੇ ਟਿਕਰੀ ਤੇ ਬੈਠੇ ਆ, ਸਿੰਘੂ ਤੇ ਬੈਠੇ ਆ, ਤੇ ਇਹਨਾਂ ਦੀ ਦੁਆਵਾਂ ਵੀ ਨੇ ਤੇ ਪਿੱਛੇ ਹੁੰਦੀਆਂ ਅਰਦਾਸਾਂ ਕੰਮ ਕਰਨਗੀਆਂ। ਕੀ ਲੱਗਦਾਗਾ ਆਉਣ ਵਾਲੇ ਦਿਨਾਂ 'ਚ ਜਿਹੜਾ ਨਵੰਬਰ ਮਹੀਨਾ ਆ ਰਿਹਾ ਹੈਗਾ ਉਹਦੀਆਂ ਤਿਆਰੀਆਂ ਕੀ ਨੇ? ਸਾਲ ਹੋ ਜਾਣਾ, ਹੋਰ ਕਾਫਲੇ ਪੰਜਾਬ 'ਚੋਂ ਆ ਰਹੇ ਨੇ। 27 ਤਰੀਕ ਨੂੰ ਮੁਕੰਮਲ ਭਾਰਤ ਬੰਦ ਰੱਖਿਆ, ਕਿਉਂਕਿ 26 ਨੂੰ ਆਪਾਂ ਰੱਖਿਆ ਸੀ ਪੰਜਾਬ 'ਚ ਹੋਣਾ, ਪਰ ਆਪਾਂ ਉਰੇ 27 ਨੂੰ ਆਏ ਸੀ। ਤਾਂ 27 ਤਰੀਕ ਅਸੀਂ ਮੁਕੰਮਲ ਬੰਦ ਰੱਖਿਆ। ਉਹਨੂੰ ਯਾਦਾਸ਼ਤ ਦੇਣ ਵਾਸਤੇ ਵੀ ਇਹ ਅੰਦੋਲਨ 27 ਤਰੀਕ ਨੂੰ ਦਿੱਲੀ ਦੇ ਬਰੂਹਾਂ ਤੇ ਆਇਆ ਸੀ। ਤੇ ਉਸ ਵਿੱਚ ਤੁਸੀਂ ਆਪ ਨਜ਼ਰ ਆਊਗਾ ਵੀ
ਅੱਗੇ ਆਪਾਂ ਕਹਿੰਦੇ ਸੀ ਪੰਜਾਬ ਹਰਿਆਣਾ 'ਚ ਬੰਦ ਹੁੰਦਾ, ਤੇ ਹੁਣ ਵੱਡੇ ਰੂਪ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਇਹਦਾ ਅਸਰ ਦਿਖਿਆ ਜਾਊਗਾ। ਉਗਰਾਹਾਂ ਹੋਰੀ ਕਿਉਂ ਤੁਹਾਡੇ ਤੋਂ ਵੱਖਰਾ ਬੋਲਦਾ? ਤੁਸੀਂ ਕਿਹਾ ਕਿ ਪੋਲੀਟੀਕਲ ਪਾਰਟੀਆਂ ਨੂੰ ਨਾ ਵੜਨ ਦਿਓ, ਨਾ ਉਹਨਾਂ ਦੀਆਂ ਰੈਲੀਆਂ ਹੋਣ। ਉਗਰਾਹਾਂ ਹੋਰਾਂ ਨੇ ਕਿਹਾ ਮੈਂ ਸਹਿਮਤ ਨਹੀਂ ਤੁਹਾਡੇ ਨਾਲ। ਉਹ ਕਹਿੰਦੇ ਸਾਡਾ ਇੱਕ ਆਪਣਾ ਸਟੈਂਡ ਆ, ਉਹਨਾਂ ਦੀ ਆਪਣੀ ਆਈਡੀਓਲੋਜੀ, ਉਸ ਆਈਡੀਓਲੋਜੀ ਦੇ ਬੇਸ ਚੱਲ ਰਹੇ ਨੇ। ਅਸੀਂ ਇੱਕ ਏਕਤਾ ਦੇ ਪ੍ਰਤੀਕ ਹੈਗੇ ਆ 32 ਜਥੇਬੰਦੀਆਂ ਵੀ, ਆਪਾਂ ਜਿਵੇਂ ਏਕਤਾ ਨਾਲ ਕੰਮ ਕਰ ਰਹੇ ਹਾਂ। ਅੰਦਰ ਜਾ ਕੇ ਆਪਣੀ ਆਪਣੀ ਆਈਡੀਓਲੋਜੀ ਅਸੀਂ ਦੱਸਦੇ ਹਾਂ, ਜਿਹੜੀ ਕੋਈ ਕਾਰਵਾਈ ਹੋਵੇ ਅਸੀਂ ਦੱਸਦੇ ਹਾਂ, ਪਰ ਜਿਹੜਾ ਇੱਕ ਫੈਸਲਾ ਨਿਕਲ ਕੇ ਆਉਂਦਾ ਸੀ ਉਸੇ ਫੈਸਲੇ ਤੇ ਖੜਦੇ ਹਾਂ। ਲੀਨਿੰਗ ਤਾਂ ਨਹੀਂ ਕਿਸੇ ਦੀ ਅਕਾਲੀਆਂ ਨਾਲ, ਲੀਨਿੰਗ ਕਿਸੇ ਦੀ ਕਾਂਗਰਸ ਨਾਲ, ਕਿਸੇ ਦੀ ਆਪ ਨਾਲ, ਇਸ ਕਰਕੇ ਤੁਹਾਡੇ ਪੰਗੇ ਪੈ ਰਹੇ ਨੇ? ਨਹੀਂ, ਹਾਲੇ ਇਹ ਕਿਸਾਨ ਯੂਨੀਅਨ ਦੇ ਉੱਤੇ ਇਸ ਤਰ੍ਹਾਂ ਦੇ ਇਲਜ਼ਾਮ ਅੱਜ ਤੁਸੀਂ ਗਰਾਹਾਂ ਸਾਹਿਬ ਤੇ ਲਾਓਗੇ, ਉਹ ਅਗਰ ਸਾਰਿਆਂ ਦੀ ਗੱਲ ਕਰ ਰਹੇ ਹਾਂ, ਕੋਈ ਇਸ ਤਰ੍ਹਾਂ ਦੀ ਗੱਲ ਤਾਂ ਨਹੀਂ ਹੈ, ਸਾਰੀਆਂ ਪਾਰਟੀਆਂ ਦੀ ਗੱਲ ਕਰ ਰਹੇ ਹਾਂ, ਸਾਰੀ ਜਥੇ 32 ਦੀਆਂ 32 ਦੀ। ਕੀ ਇਹ ਪੰਗਾ ਕਿਉਂ ਪੈ ਰਿਹਾ ਫਿਰ? ਇਹ ਕਿਉਂ ਆਏ ਆ? ਉਹ ਵੀ ਕਹਿੰਦੇ ਨੇ ਵਾਰ-ਵਾਰ, ਆਪ ਵਾਲੇ ਵੀ ਕਹਿ ਰਹੇ ਨੇ, ਅਕਾਲੀ ਅੰਦਰ ਖਾਤੇ ਤੋਂ ਗੱਲ ਕਰਦੇ ਹੋ, ਉਹ ਤਰ੍ਹਾਂ ਦੀਆਂ ਗੱਲਾਂ ਕਹਿੰਦੇ ਨੇ। ਹਰ ਤਰ੍ਹਾਂ ਗੱਲਾਂ ਚੱਲ ਰਹੀਆਂ ਨੇ, ਕਿਉਂਕਿ ਨਵਾਂ ਚੀਜ਼ ਜਦੋਂ ਹੁੰਦੀ ਆ ਉਦੋਂ ਸਮਝ ਨਹੀਂ ਆਉਂਦੀ ਹੁੰਦੀ ਵੀ ਬਣ ਕੀ ਰਿਹਾ ਵਾ। ਇਹਨੂੰ ਬਣਨ ਤੋਂ ਪਹਿਲਾਂ ਇਹ ਸੋਚਿਆ ਜਾ ਰਿਹਾ, ਜਿਵੇਂ ਇੱਕ ਦੁਸ਼ਮਣ ਦੂਜਾ ਦੁਸ਼ਮਣ ਸੋਚਦਾ ਵੀ ਇਹਨੂੰ ਫਲਾਨਾ ਮੇਰਾ ਦੁਸ਼ਮਣ ਮਦਦ ਕਰ ਰਿਹਾ ਤਾਂ ਇਹ ਤਕੜਾ ਹੋ ਰਿਹਾ, ਤੇ ਉਹ ਇੱਕ ਦੂਜੇ ਨੂੰ ਸੋਚੀ ਜਾਂਦੇ ਨੇ। ਪਰ ਅਸੀਂ ਇਹ ਸਾਰੇ ਮੁਰਗੇ ਹੁਣ ਇੱਕ ਬਾਲਟੀ 'ਚ ਪਾ ਕੇ ਘੁਮਾਉਣੇ ਆ, ਅੰਦਰ ਹੀ ਘੁੰਮੀ ਜਾਣ, ਇਹਨਾਂ ਨੂੰ ਨਹੀਂ ਪਤਾ ਲੱਗਣਾ ਹੁਣ ਸਮਾਜ ਕਿੱਧਰ ਚਲੇ ਗਿਆ। ਜਿਹੜਾ ਸਮਾਜ ਇਹਨਾਂ ਨੇ ਖਰਾਬ ਕੀਤਾ, ਸਾਡੇ ਬੰਦੇ ਨੇ ਸਮਾਜ ਜੋੜਿਆ ਵਾ। ਅਸੀਂ ਸਾਰੀਆਂ ਪਾਰਟੀਆਂ ਤੁਹਾਡੇ ਲਈ ਸੇਮ ਨੇ, ਇੱਕੋ ਨਾਲੀ ਦੇ ਨਾਲੇ ਹੋਏ ਆ ਜੀ। ਇਹਨਾਂ ਦੇ ਸਤਾਈ ਦਾ ਇੱਥੇ ਬੈਠੇ ਆ, ਜੇ ਇਹਨਾਂ ਨੇ ਨਾ ਸਤਾਇਆ ਹੁੰਦਾ, ਜੇ ਸਾਡੀ ਗੱਲ ਕਿਸੇ ਨੇ ਸੁਣੀ ਹੁੰਦੀ ਸੀ, ਇੱਕ ਪਾਸੇ ਹੋ ਜਾਂਦੇ। ਜੇ ਸਿਆਸੀ ਪਾਰਟੀਆਂ ਨੂੰ ਸਾਰੀਆਂ ਜਥੇਬੰਦੀਆਂ ਨੇ ਫੈਸਲਾ ਕੀਤਾ ਵੀ ਇਹਨਾਂ ਨੂੰ ਨਹੀਂ ਵਿੱਚ ਪਾਉਣਾ, ਤਾਂ ਉਦੋਂ ਕੜੱਤਣ ਤਾਂ ਉਦੋਂ ਹੀ ਸੀ, ਸਾਲ ਪਹਿਲਾਂ ਹੀ ਸੀ ਵੀ ਨਹੀਂ, ਇਹਨਾਂ ਤੋਂ ਆਸ ਨਹੀਂ ਸਾਨੂੰ ਵੀ ਇਹ ਸਾਡੀ ਗੱਲ ਕਰਾ ਲੈਣ ਕਿਤੇ। ਉਹ ਅੱਜ ਤੱਕ ਇਹ ਕਹਿੰਦੇ ਰਹੇ ਆ ਵੀ ਜੇ ਅਸੀਂ ਨਹੀਂ ਵਿੱਚ ਪਾਵਾਂਗੇ ਤੁਹਾਡੀ ਗੱਲ ਨਹੀਂ ਮੁੱਕੂਗੀ, ਇਹ ਨਹੀਂ ਅਸੀਂ ਹੋਣ ਦੇਣਾ। ਜੇ ਨਹੀਂ ਮੰਨਣਗੇ ਪਾਰਟੀਆਂ ਮੰਨ ਲਓ ਨਹੀਂ ਮੰਨ ਰਹੀਆਂ ਤੁਹਾਡੀ ਗੱਲ, ਅਕਾਲੀ ਕਾਂਗਰਸੀ ਆਪ ਵਾਲੇ, ਫਿਰ ਲੋਕ ਫੈਸਲਾ ਕਰਨਗੇ। ਲੋਕ ਬਹੁਤ ਵੱਡੇ ਨੇ, ਲੋਕਤੰਤਰ 'ਚ ਲੋਕਾਂ ਦਾ ਆਵਾਜ਼ ਬਹੁਤ ਵੱਡੀ ਆਵਾਜ਼ ਹੁੰਦੀ ਹੈ, ਉਹੀ ਫੈਸਲਾ ਕਰਨਗੇ। ਕਿਉਂਕਿ ਉਹ ਕਹਿੰਦੇ ਨੇ ਅਕਾਲੀ ਹੁਣ ਚਲਾ ਰਹੇ ਨੇ, ਦੇਖੋ ਕਾਂਗਰਸੀਆਂ ਦੇ ਫੰਕਸ਼ਨ ਹੋ ਰਹੇ ਨੇ ਤਾਂ ਰੋਕਦੇ ਹੀ ਨਹੀਂਗੇ। ਕਾਂਗਰਸੀ ਅਕਾਲੀਆਂ ਦੇ ਚਲਾ ਦਿੰਦੇ ਨੇ, ਆਪ ਵਾਲੇ ਦੋਵਾਂ ਦੇ ਚਲਾ ਦਿੰਦੇ ਨੇ। ਇੱਕ ਤਰੀਕੇ ਨਾਲ ਅਸੀਂ 10 ਤਰੀਕ ਦੀ ਜਿਹੜੀ ਮੀਟਿੰਗ ਕੀਤੀ ਸੀ, ਅਸੀਂ ਸ਼ਾਂਤੀ ਵਾਸਤੇ ਕੀਤੀ ਸੀ। ਅਸੀਂ ਇਹ ਕਿਹਾ ਸੀ ਵੀ 80ਆਂ ਦੇ ਦਹਾਕੇ 'ਚ ਆਪਾਂ ਪੰਜਾਬ ਨੂੰ ਨਾ ਲੈ ਕੇ ਜਾਈਏ, ਤੇ ਜੇ ਇਹ ਲੈ ਕੇ ਜਾਣਾ ਚਾਹੁੰਦੇ ਆ ਤਾਂ ਜ਼ਿੰਮੇਵਾਰ ਇਹ ਹੋਣਗੇ। ਅਸੀਂ ਉਦੋਂ ਕਹਿਤਾ ਸੀ ਵੀ ਅੱਜ ਤੋਂ ਬਾਅਦ ਜੇ ਰੈਲੀਆਂ ਕਰਨਗੇ ਤਾਂ ਉਹੀ ਪੋਲੀਟੀਕਲ ਪਾਰਟੀਆਂ ਜ਼ਿੰਮੇਵਾਰ ਹੋਣਗੀਆਂ ਜਿਹੜੀਆਂ ਪ੍ਰੋਗਰਾਮ ਕਰਨਗੀਆਂ, ਜਿਹੜੀਆਂ ਕਰਨਗੀਆਂ ਉਹ ਦੇਖਣਗੇ। ਜਿਵੇਂ ਅਸੀਂ ਵਿਪ ਜਾਰੀ ਕੀਤੀ ਸੀ ਪਾਰਲੀਮੈਂਟ ਦੀ, ਇੱਕ ਤਰ੍ਹਾਂ ਦੀ ਉਸ ਤਰ੍ਹਾਂ ਦੀ ਅਪੀਲ ਕੀਤੀ ਆ ਵੀ ਇਹ ਆਪਣਾ ਦਹਾਕੇ 'ਚ ਨਾ ਲੈ ਕੇ ਜਾਏ, ਕਿਉਂਕਿ ਹਾਲਾਤ ਖਰਾਬ ਹੋ ਰਹੇ ਸੀ। ਹਾਲਾਤ ਮੋਗੇ 'ਚ ਲਾਠੀ ਚਾਰਜ ਤੱਕ ਪਹੁੰਚ ਗਏ ਸੀਗੇ, ਤੇ ਉਸ ਹਾਲਾਤ ਨੂੰ ਦੇਖਦੇ ਹੋਏ ਆਪਾਂ ਇਹਨਾਂ ਨੇ ਅਕਾਲੀ ਦਲ ਨੇ ਚਿੱਠੀ ਲਿਖੀ, ਪਰ ਅਸੀਂ ਕਿਹਾ ਸਾਰਿਆਂ ਨੂੰ ਬੁਲਾਇਆ ਜਾਵੇ, ਸਾਰਿਆਂ ਨੂੰ ਇੱਕ ਲਾੜੀ ਕੱਢੇ ਵੀ ਅੱਜ ਇਕੱਠੇ ਹੋਈਏ, ਇਕੱਠੇ ਹੋ ਕੇ ਜਿਹੜਾ ਆਵਾਮ ਆ ਸਾਡੀ ਉਹ ਅੰਦੋਲਨ ਵੱਲ ਲੱਗੀ ਆ, ਧਿਆਨ ਉਹਨਾਂ ਦਾ ਉੱਧਰ ਆ। ਜੇ ਅੰਦੋਲਨ ਨਹੀਂ ਜਿੱਤਿਆ ਜਾਂਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ 'ਚ ਕੋਈ ਸ਼ੱਕ ਨਹੀਂ ਵੀ ਪੰਜਾਬ ਐਗਰੀਕਲਚਰ ਸਟੇਟ ਆ, ਤਾਂ ਸਭ ਤੋਂ ਵੱਡਾ ਨੁਕਸਾਨ ਵੀ ਪੰਜਾਬ ਨੂੰ ਹੀ ਝੱਲਣਾ ਪੈਣਾ। ਧੰਨਵਾਦ ਕਾਦੀਆਂ ਸਾਹਿਬ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ। ਇਹ ਸਨ ਹਰਮੀਤ ਸਿੰਘ ਕਾਦੀਆਂ, ਜਿਨ੍ਹਾਂ ਦਾ ਕਹਿਣਾ ਸਾਡੇ ਲਈ ਸਾਰੇ ਇੱਕੋ ਜਿਹੇ ਨੇ, ਜਿਹੜੀ ਮਰਜ਼ੀ ਪਾਰਟੀ ਹੋਵੇ। ਔਰ ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਸ਼ਾਹ ਤੇ ਮੋਦੀ ਤੋਂ ਤਾਂ ਨਹੀਂ ਆ ਰਹੇ ਕਿਤੇ, ਇਸ ਤਰ੍ਹਾਂ ਦੇ ਸਵਾਲ ਉਹਨਾਂ ਨੇ ਖੜੇ ਕੀਤੇ ਆ। ਔਰ ਉਹ ਕਹਿ ਰਿਹਾ ਇਹ ਮੋਰਚਾ ਜਿੱਤੇਗਾ ਤੇ ਜਿੱਤ ਕੇ ਪੰਜਾਬ ਨੂੰ ਜਿੱਤ ਵੱਲ ਲੈ ਕੇ ਜਾਏਗਾ। ਕੈਮਰਾਮੈਨ ਸ਼ਮਸ਼ੇਰ ਦੇ ਨਾਲ ਯਾਦਵਿੰਦਰ ਸਿੰਘ, ਪ੍ਰੋ ਪੰਜਾਬ ਟੀਵੀ, ਸਿੰਘੂ ਬੈਰੀਅਰ, ਦਿੱਲੀ।